ਉਹਨਾਂ ਦੱਸਿਆ ਖਾਨ ਸਾਹਿਬ ਆਪਣੇ ਘਰਾਣਿਓਂ ਬਾਹਰੇ ਲੋਕਾਂ ਨਾਲ ਅਜਿਹੇ ਮਾਮਲੇ ਸਾਂਝੇ ਕਰਨ ਨੂੰ ਬੁਲਾਉਂਦੇ ਸਨ। ਉਹਨਾਂ ਦੀ ਗਾਇਕੀ 'ਤੇ ਵੀ ਖਰੀਆਂ ਖਰੀਆਂ ਗੱਲਾਂ ਹੋ ਜਾਂਦੀਆਂ ਸਨ। ਇਹਦੇ ਬਾਰੇ ਉਹਨਾਂ ਦੇ ਸ਼ਾਗਿਰਦ ਇੰਝ ਦੱਸਦੇ ਨੇ, ਖਾਨ ਸਾਹਿਬ ਦੇ ਸੰਗੀਤ ਵਿੱਚ ਉਲੇਲ ਦਾ ਬਹੁਤ ਉਲਾਰ ਹੁੰਦਾ ਸੀ। ਉਲੇਲ ਨਾਲ ਗਾਉਂਦੇ ਸਨ। ਕੋਈ ਸ਼ੈ ਵੀ ਇਹ ਉਲਾਰ ਵਿਗਾੜਦੀ ਜਾਪਦੀ ਤਾਂ ਉਹਨੂੰ ਛੱਡ ਦਿੰਦੇ। ਬੋਲ ਅੰਗ ਤੋਂ ਅਕਸਰ ਬਚਦੇ, ਕਿਉਂ ਜੋ ਗਾਉਂਦਿਆਂ ਲਫ਼ਜ਼ਾਂ ਦੀ ਟੁੱਟ ਭੱਜ ਨਾਲ ਗਾਣੇ ਦਾ ਰਸ ਤੇ ਬੰਦਿਸ਼ ਦੀ ਦਖ ਵਿਗੜ ਜਾਂਦੀ ਸੀ। ਉਹਨਾਂ ਦੇ ਗਾਣੇ ਵਿੱਚ ਲੈਅਕਾਰੀ ਦੀ ਥਾਂ ਗਮਕ ਵਾਲੀਆਂ ਤਾਨਾਂ ਹੁੰਦੀਆਂ। ਆਪਣਾ ਆਵਾਜ਼ ਮਿੱਠਾ ਬਣਾਉਣ ਲਈ ਉਹਨਾਂ ਬਹੁਤ ਜ਼ਫਰ ਜਾਲੇ ਸਨ। ਇਹਨੂੰ ਤਗੜਾ ਤੇ ਸੁਰ ਵਿੱਚ ਰੱਖਣ ਲਈ ਉਹ ਕਦੀ ਵੀ ਮਿਹਨਤ ਨਾ ਖੁੰਝਾਉਂਦੇ। ਖਾਨ ਸਾਹਿਬ ਅਬਦੁਲ ਕਰੀਮ ਖਾਂ ਪੱਕੇ ਗਾਣੇ ਦੇ ਨਾਲ ਨਾਲ ਠੁਮਰੀ ਦੇ ਵੀ ਬਹੁਤ ਵਜਰੀ ਸਨ। ਉਹਨਾਂ ਦੇ 2 ਗ੍ਰਾਮੋਫੋਨ ਤਵੇ, ਜਮਨਾ ਕੇ ਤੀਰ ਤੇ ਪੀਆ ਬਿਨ ਨਾਹੀ ਆਵਤ ਚੈਨ ਇਹਦਾ ਪੱਕਾ ਥਿੱਤਾ ਸਬੂਤ ਨੇ। ਇਹ 2 ਚੀਜ਼ਾਂ ਸੁਣਦਿਆਂ ਮਨ ਹੀ ਨਹੀਂ ਰੱਜਦਾ। ਭਜਨ ਗਾਉਂਦਿਆਂ ਉਹ ਭਗਤੀ ਰਸ ਵਿੱਚ ਉੱਕਾ ਡੁੱਬ ਜਾਂਦੇ। ਉਹਨਾਂ ਦਾ ਗਵਿਆਂ ਭਜਨ ਗੋਪਾਲਾ ਮੇਰੀ ਕਰੂਣਾ ਕਿਉਂ ਨਹੀਂ ਆਵੇ, ਗੋਪਾਲਾ ਮੇਰੀ ਕਰੂਣਾ ਕਿਉਂ ਨਹੀਂ ਆਵੇ, ਤਾਂ ਸੁਣਨ ਵਾਲਿਆਂ ਦੇ ਅਥਰੂ ਕਢਾ ਦਿੰਦਾ ਹੈ। ਕੀ ਜਾਣਤਕਾਰ ਤੇ ਕੀ ਅਣਜਾਣਤਕਾਰ ਉਹ ਆਪਣੇ ਸਭੇ ਸੁਣਨਹਾਰਾਂ ਦਾ ਖਿਆਲ ਕਰਦੇ ਸਨ। ਇਸ ਲਈ ਅਕਸਰ ਮਰਾਠੀ ਚੀਜ਼ਾਂ ਤੇ ਮਸ਼ਹੂਰ ਥੀਏਟਰੀ ਗਾਣੇ ਵੀ ਗਾਉਣ ਲੱਗ ਪੈਂਦੇ। ਉਹਨਾਂ ਦਾ ਗਾਣਾ ਹਰ ਵੰਨ ਦੇ ਬੰਦੇ ਨੂੰ ਭਾਉਂਦਾ ਸੀ, ਤਾਂ ਹੀ ਉਹਨਾਂ ਦੀ ਇੰਨੀ ਮਸ਼ਹੂਰੀ ਸੀ। ਖਾਨ ਸਾਹਿਬ ਅਬਦੁਲ ਕਰੀਮ ਖਾਂ ਲੋਭ ਲਾਲਚ ਤੋਂ ਮੁਕਤ ਤੇ ਦਿਲ ਦੇ ਹੱਦੋਂ ਬਾਹਲੇ ਨਰਮ ਸਨ। ਲੋੜਵੰਦਾਂ ਦੀ ਮਦਦ ਕੀਤੇ ਬਿਨਾਂ ਰਹਿ ਨਹੀਂ ਸਨ ਸਕਦੇ, ਇਸ ਲਈ ਪੈਸਾ ਕਦੀ ਨਹੀਂ ਸਾਨੇ ਟਿਕਿਆ। ਖਾਨ ਸਾਹਿਬ ਅਬਦੁਲ ਕਰੀਮ ਖਾਂ ਦੀ ਤਾਸ਼ੇ ਵਾਲਿਆਂ ਤੋਂ ਲੈ ਕੇ ਬੈਂਡ ਵਾਜੇ ਵਾਲਿਆਂ ਤਾਈਂ ਹਰ ਨਿੱਕੇ ਮੋਟੇ ਗਾਣ ਵਜਾਉਣ ਵਾਲੇ ਨਾਲ ਯਾਰੀ ਸੀ। ਖਾਨ ਸਾਹਿਬ ਅਬਦੁਲ ਕਰੀਮ ਖਾਨ ਦੀ ਤਾਸ਼ੇ ਵਾਲਿਆਂ ਤੋਂ ਲੈ ਕੇ ਬੈਂਡ ਵਾਜੇ ਵਾਲਿਆਂ ਤਾਈਂ ਹਰ ਨਿੱਕੇ ਮੋਟੇ ਗਾਣ ਵਜਾਉਣ ਵਾਲੇ ਨਾਲ ਯਾਰੀ ਸੀ। ਮੀਰਾ ਸਾਹਿਬ ਰਹਿਮਤੁल्लाह ਅਲੈਹ ਦੇ ਉਰਸ 'ਤੇ ਇਹਨਾਂ ਸਾਰੇ ਲੋਕਾਂ ਨੂੰ ਸੱਦ ਕੇ ਮੁਕਾਬਲਾ ਕਰਵਾਉਂਦੇ ਤੇ ਆਪਣੇ ਪੱਲਿਓਂ ਟਿੱਕੇ ਯਾਨੀ ਤਕਮੇ, ਪਗੜੀਆਂ ਤੇ ਹੋਰ ਇਨਾਮ ਕਰਾਮ ਦਿੰਦੇ। ਮੁਕਾਬਲੇ ਕਈ ਵਾਰ ਸੋਤੇ ਪਿਛਲੇ ਪੂਰੇ ਹੁੰਦੇ ਤਾਂ ਇਹ ਲੋਕ ਖਾਨ ਸਾਹਿਬ ਨੂੰ ਆਪੋ ਆਪਣੇ ਸਾਜ਼ਾਂ ਦੇ ਜਲੌ ਵਿੱਚ ਘਰ ਛੱਡ ਕੇ ਆਉਂਦੇ। ਇਹਨਾਂ ਸੰਗੀਤਕਾਰਾਂ ਤੇ ਹੋਰ ਰੁਲਿਆਂ ਖੁਲਿਆਂ ਨੂੰ ਖਾਨ ਸਾਹਿਬ ਵੱਲੋਂ ਹੀ ਲੰਗਰ ਮਿਲਦਾ। ਜਦੋਂ ਹਰ ਕੋਈ ਖਾ ਲੈਂਦਾ ਤਾਂ ਬੁਰਕੀ ਤੋੜਦੇ। ਖਾਨ ਸਾਹਿਬ ਦੀ ਹਸਤੀ ਦੇ ਕਈ ਪੱਖ ਸਨ। ਮਿਰਾਜ ਸਿਤਾਰ ਤੇ ਤੰਬੂਰੇ ਗਰਾਂ ਦੀ ਜਨਮ ਭੂਮੀ ਸੀ। ਮਿਰਾਜ ਸਿਤਾਰ ਤੇ ਤੰਬੂਰੇ ਗਰਾਂ ਦੀ ਜਨਮ ਭੂਮੀ ਸੀ। ਇਹ ਸਾਰੇ ਕਾਰੀਗਰ ਲੋਕ ਖਾਨ ਸਾਹਿਬ ਨੂੰ ਪੂਜਦੇ ਸਨ। ਕਰੀਮ ਖਾਨ ਸਾਹਿਬ ਨੂੰ ਤੰਬੂਰੇ ਦੀ ਢੇਰ ਸਮਝ ਸੀ, ਇਸ ਲਈ ਸਾਜ਼ਗਾਰ ਪੁੱਛ ਕੇ ਟੁਰਦੇ। ਆਪਣੇ ਤੰਬੂਰਿਆਂ ਦਾ ਬੜਾ ਧਿਆਨ ਰਹਿੰਦਾ ਸਾਨੇ। ਜੇ ਕਿਧਰੇ ਮਾੜੀ ਜਿਹੀ ਵੀ ਜਵਾਰੀ ਹਿੱਲ ਜਾਂਦੀ ਤਾਂ ਚਿੰਤਾ ਲੱਗ ਜਾਂਦੀ। ਮਿਰਾਜ ਦੇ ਮਸ਼ਹੂਰ ਸਿਤਾਰਗਰ ਹੁਸੈਨ ਸਾਹਿਬ ਖਾਨ ਸਾਹਿਬ ਦੇ ਗੂੜੇ ਬੇਲੀ ਸਨ ਤੇ ਉਹੀ ਉਹਨਾਂ ਦਾ ਸਾਰਾ ਕੰਮ ਕਰਦੇ ਸਨ। ਅਬਦੁਲ ਕਰੀਮ ਖਾਂ ਆਪੋਂ ਬਹੁਤ ਸੁੱਚੇ ਜਵਾਰੀਗਰ ਸਨ। ਕਿਸੇ ਯਾਰ ਸੱਜਣ ਜਾਂ ਮਿਲਣ ਗਿਲਣ ਵਾਲੇ ਦੇ ਘਰ ਗਾਣੇ ਦੀ ਗੱਲ ਹੁੰਦੀ ਤਾਂ ਪੈਸੇ ਧੇਲੇ ਦਾ ਉੱਕਾ ਨਾ ਲੈਂਦੇ। ਸ਼ਾਗਿਰਦ ਦੱਸਦੇ ਨਾ ਥੱਕਦੇ ਖਾਨ ਸਾਹਿਬ ਕਿਵੇਂ ਉਹਨਾਂ ਦੀਆਂ ਨਿੱਕੀਆਂ ਨਿੱਕੀਆਂ ਲੋੜਾਂ ਦਾ ਖਿਆਲ ਰੱਖਦੇ ਸਨ। ਖਾਨ ਸਾਹਿਬ ਨੇ ਆਪਣੇ ਘਰਾਨੇ ਦੀ
ਖਾਨ ਸਾਹਿਬ ਨੇ ਆਪਣੇ ਕਿਰਾਨਾ ਘਰਾਣੇ ਦੀ ਰੀਤ ਤਗੜੀ ਕੀਤੀ ਤੇ ਪੂਰੇ ਮੁਲਕ ਤੋਂ ਮਨਵਾਈ। ਉਹਨਾਂ ਦੀ ਦੱਖਣੀ ਹਿੰਦੁਸਤਾਨ ਤੇ ਖਾਸ ਕਰ ਮਦਰਾਸ ਵਿੱਚ ਟੇਰਾ ਮਾਨਤਾ ਸੀ। ਰਾਮ ਬਾ ਕੰਡ ਗੋਲਕਰ ਜਾਨੀ ਸਵਾਏ ਗੰਧਰਵ ਉਹਨਾਂ ਦੇ ਗਾਣੇ ਦੀ ਉਗਣਵੀਂ ਮੂਰਤ ਸਨ। ਉਹ ਖਾਨ ਸਾਹਿਬ ਦੇ ਨਾਲ 7-8 ਵਰ੍ਹੇ ਰਹੇ। ਉਹਨਾਂ ਆਪਣਾ ਆਪ ਖਾਨ ਸਾਹਿਬ ਨੂੰ ਸੌਂਪ ਛੱਡਿਆ ਸੀ। ਖਾਨ ਸਾਹਿਬ ਦੀ ਨਿੱਕੀ ਨਿੱਕੀ ਲੋੜ ਦਾ ਖਿਆਲ ਕਰਦੇ ਤੇ ਪੂਰੇ ਧਿਆਨ ਨਾਲ ਉਹਨਾਂ ਦੀ ਇੱਕ ਇੱਕ ਸ਼ੈ ਨੂੰ ਆਪਣੇ ਅੰਦਰ ਸਮੀਚਦੇ ਰਹਿੰਦੇ। ਉਹਨਾਂ ਨਾਗਪੁਰ ਤੇ ਬਾਕੀ ਦੇ ਮਹਾਰਾਸ਼ਟਰ ਤੋਂ ਅੱਡ ਕਲਕੱਤਾ ਕਾਨਫਰੰਸਾਂ ਵਿੱਚ ਬੜਾ ਨਾਂ ਕਮਾਇਆ। ਪੰਡਤ ਸਵਾਏ ਗੰਧਰਵ ਯਾਨੀ ਰਾਮ ਬਾ ਕੰਡ ਗੋਲਕਰ ਨੇ ਗੁਰੂ ਚੇਲੇ ਦੀ ਇਹ ਰੀਤ ਅੱਗੇ ਵਧਾਈ। ਗੰਗੋਬਾਈ ਹੰਗਲ ਤੇ ਭੀਮ ਸੈਨ ਜੋਸ਼ੀ ਉਹਨਾਂ ਦੇ ਸ਼ਾਗਿਰਦ ਨੇ। ਰਾਮ ਬਾ ਆਪਣੇ ਜਵਾਈ ਡਾਕਟਰ ਨਾਨਾ ਸਾਹਿਬ ਦੇਸ਼ਪਾਂਡੇ ਨੂੰ ਵੀ ਗਾਣਾ ਸਿਖਾਇਆ। ਕੋਲਾਪੁਰ ਵਾਲੇ ਵਿਸ਼ਵਾਨਾਥ ਜਾਦੂ ਖਾਨ ਸਾਹਿਬ ਨਿਸਾਰ ਹੁਸੈਨ ਖਾਂ ਗਵਾਲੀਅਰ ਤੋਂ ਸਿੱਖੇ ਹੋਏ ਸਨ। ਕੋਲਾਪੁਰ ਵਾਲੇ ਵਿਸ਼ਵਾਨਾਥ ਜਾਦੂ ਖਾਨ ਸਾਹਿਬ ਨਿਸਾਰ ਹੁਸੈਨ ਖਾਂ ਗਵਾਲੀਅਰੀਏ ਤੋਂ ਸਿੱਖੇ ਹੋਏ ਸਨ। ਪਰ ਜਦੋਂ ਖਾਨ ਸਾਹਿਬ ਅਬਦੁਲ ਕਰੀਮ ਖਾਨ ਨੂੰ ਸੁਣਿਆ ਤਾਂ ਆਪਣੇ ਭੁਹੀਜੇ ਉਹਨਾਂ ਦੇ ਗੰਢਾ ਬੰਨ ਸ਼ਾਗਿਰਦ ਹੋ ਗਏ। ਪਰ ਜਦੋਂ ਖਾਨ ਸਾਹਿਬ ਅਬਦੁਲ ਕਰੀਮ ਖਾਨ ਨੂੰ ਸੁਣਿਆ ਤਾਂ ਇੰਨੇ ਭੁਹੀਜੇ ਇੰਨੇ ਪੋਏ ਗਏ ਕਿ ਉਹਨਾਂ ਦੇ ਗੰਢਾ ਬੰਨ ਸ਼ਾਗਿਰਦ ਹੋ ਗਏ। ਖਾਨ ਸਾਹਿਬ ਦੇ ਹੋਰ ਨਾਮੀ ਗ੍ਰਾਮੀ ਸ਼ਾਗਿਰਦ ਸ਼ਰਥ ਬੁਆ ਮੁੱਲੇ ਤੇ ਅਨੰਤ ਰਾਓ ਗੜਗਿਲ ਹੋਏ ਨੇ। ਗਣੇਸ਼ ਰਾਮ ਚੰਦਰ ਬਹਿਰੇ ਬੁਆ ਵੀ ਕੁਝ ਵਰ੍ਹੇ ਖਾਨ ਸਾਹਿਬ ਤੋਂ ਸਿੱਖਦੇ ਰਹੇ। ਸੁਰੇਸ਼ ਬਾਬੂ ਮਾਣੇ ਤੇ ਹੀਰਾਬਾਈ ਬਲੋਦਕਰ ਦੋਵੇਂ ਅਸਲ ਵਿੱਚ ਖਾਨ ਸਾਹਿਬ ਦੇ ਸ਼ਾਗਿਰਦ ਸਨ। ਮਗਰੋਂ ਹੀਰਾਬਾਈ ਖਾਨ ਸਾਹਿਬ ਵਹੀਦ ਖਾਨ ਤੋਂ ਸਿੱਖਣ ਲੱਗ ਪਏ। ਹੀਰਾਬਾਈ ਤੇ ਉਹਨਾਂ ਦੀਆਂ ਭੈਣਾਂ ਖਾਨ ਸਾਹਿਬ ਦੀ ਬਰਸੀ ਤੇ ਲਾਜ਼ਮੀ ਗਾਉਂਦੀਆਂ। ਮਿਰਾਜ ਵਿੱਚ ਹਜ਼ਰਤ ਮੀਰਾ ਸਾਹਿਬ ਰਹਿਮਤੁल्लाह ਅਲੈਹ ਦਾ ਉਰਸ ਤੇ ਖਾਨ ਸਾਹਿਬ ਅਬਦੁਲ ਕਰੀਮ ਖਾਨ ਦੀ ਬਰਸੀ ਨਾਲ ਨਾਲ ਹੀ ਆਉਂਦੇ। ਹੀਰਾਬਾਈ ਨੇ ਬੜੇ ਆਰ ਨਾਲ ਮਿਰਾਜ ਵਿੱਚ ਖਾਨ ਸਾਹਿਬ ਦੀ ਯਾਦਗਾਰ ਲਈ ਪੈਸੇ ਇਕੱਠੇ ਕੀਤੇ। ਉਹਨਾਂ ਆਪਣੇ ਗਾਣੇ ਤੇ ਨਾਟਕਾਂ ਤੋਂ ਹੋਈ ਆਮਦਨ ਨਾਲ ਖਾਨ ਸਾਹਿਬ ਦੇ ਘਰ ਦੇ ਨਾਲ ਇੱਕ ਬਿਲਡਿੰਗ ਉਸਾਰੀ। ਇੱਥੇ ਖਾਨ ਸਾਹਿਬ ਦੇ ਨਾਂ 'ਤੇ ਸੰਗੀਤ ਸਿਖਿਆਲਾ ਖੋਲ੍ਹਣ ਦਾ ਮਤਾ ਹੈ। ਸੈਲਾਨੀ ਗੋਈਆਂ ਦੇ ਰਹਿਣ ਦੀ ਥਾਂ ਵੀ ਬਣਾਈ ਜਾਣੀ ਹੈ। ਖਾਨ ਸਾਹਿਬ ਦੇ ਬੇਗਮ ਬਾਨੋ ਬਾਈ ਉਹਨਾਂ ਦੇ ਬਣਵਾਏ ਮਕਾਨ ਵਿੱਚ ਰਹਿ ਕੇ ਲੋਕਾਂ ਨੂੰ ਸੰਗੀਤ ਸਿਖਾਉਂਦੇ ਰਹੇ। ਉਹ 17 ਫਰਵਰੀ 1970 ਨੂੰ ਪੂਰੇ ਹੋਏ। ਪੰਡਤ ਕਪਲੇਸ਼ਵਰੀ ਪੂਆ ਤੇ ਉਹਨਾਂ ਦੇ ਭਰਾ ਵੀ ਖਾਨ ਸਾਹਿਬ ਤੋਂ ਸਿੱਖੇ। ਇਹ ਦੋਵੇਂ ਭਰਾ ਆਪਣੇ ਸਕੂਲ ਸਰਸਵਤੀ ਸੰਗੀਤ ਸਿਖਿਆਲੇ ਬੰਬੇ ਵਿੱਚ ਸ਼ਾਗਿਰਦਾਂ ਨੂੰ ਘਰਾਨਾ ਗਾਇਕੀ ਦੀ ਸਿੱਖਿਆ ਦਿੰਦੇ ਸਨ। ਮਸ਼ਹੂਰ ਗਾਇਕ ਰੋਸ਼ਨ ਆਰਾ ਬੇਗਮ ਖਾਨ ਸਾਹਿਬ ਦੇ ਮਰਨ ਤੋਂ 2 ਵਰ੍ਹੇ ਪਹਿਲਾਂ ਸ਼ਾਗਿਰਦੀ ਦਾ ਸ਼ਗਨ ਪੂਰਾ ਕੀਤਾ। 1947 ਵਿੱਚ ਰੋਸ਼ਨ ਆਰਾ ਬੇਗਮ ਪਾਕਿਸਤਾਨ ਟੁਰ ਗਏ। ਖਾਨ ਸਾਹਿਬ ਆਪਣੀ ਸਿਹਤ ਦਾ ਬੜਾ ਧਿਆਨ ਰੱਖਦੇ ਸਨ। ਗੂੜੇ ਬੇਲੀਆਂ ਦੇ ਘਰਾਂ ਤੋਂ ਸਿਵਾ ਕਿਧਰੋਂ ਚਾਹ ਦੀ ਪਿਆਲੀ ਵੀ ਨਹੀਂ ਸਨ ਪੀਂਦੇ। ਜਵਾਨੀ ਵੇਲੇ ਭਲਵਾਨੀ ਦਾ ਸ਼ੌਕ ਸਣੇ ਵਜੂਦ ਭਾਵੇਂ ਛੀਟਕਾ ਸੀ ਪਰ ਟਿੱਲ ਵਾਲੇ ਸਨ। ਉਹ 27 ਅਕਤੂਬਰ 1947 ਨੂੰ ਮਦਰਾਸ ਪ੍ਰੈਜ਼ੀਡੈਂਸੀ ਦਾ ਦੌਰਾ ਕਰਦਿਆਂ ਫੌਤ ਹੋਏ। ਉਹਨਾਂ ਦੇ ਸ਼ਾਗਿਰਦ ਤਮਨਵੰਤ ਮੋਰੇ ਦੱਸਿਆ ਖਾਨ ਸਾਹਿਬ ਮਹਿਫਲਾਂ ਕਰਦੇ ਹੋਏ ਸਾਲਾਨਾ ਉਰਸ ਦੇ ਮਰਾਜ ਪਰਤੇ। ਮੀਰਾ ਸਾਹਿਬ ਰਹਿਮਤੁल्लाह ਅਲੈਹ ਦੀ ਹਾਜ਼ਰੀ ਦੇ ਕੇ ਆਪਣੇ ਸ਼ਾਗਿਰਦ ਸੁਹੂਣੀ ਤੇ ਸਤਾਰਗਰ ਮੁਹੰਮਦ ਹਨੀਫ ਨਾਲ ਮਦਰਾਸ ਤੁਰ ਪਏ। ਮਦਰਾਸ ਵਿੱਚ ਉਸ ਐਤਵਾਰ ਉਹਨਾਂ ਦਾ ਢੇਰ ਰਜਵਾਂ ਸਵਾਗਤ ਹੋਇਆ। ਉਹਨਾਂ ਨੂੰ 100 ਸੱਥਾਂ ਤੇ ਲੋਕਾਈ ਰਲ ਕੇ ਹਾਰ ਪਾਇਆ। ਖਾਨ ਸਾਹਿਬ ਅਗਲੇ ਦਿਨ ਪਾਂਡੀਚੇਰੀ ਦੀਆਂ ਕੁਝ ਸੱਥਾਂ ਲਈ ਇਮਦਾਦੀ ਗਾਇਨ ਕਰਨਾ ਸੀ।
इस लिए मद्रास एक दिन आराम करके राती 9:30 वजे पांडीचेरी की गड्डी च बह गए। खान साहब अपने बेली गौस मोहिउद्दीन नाल दरजा 2 में सन। 10 वजे दोवें लम्मे पै गए। गौस मोहिउद्दीन झट सौ गए। खान साहब नूं नींदर ना पई, डब्बे च टहलन लग पे। 10:30 वजे गौस मोहिउद्दीन दे हथ नूं खान साहब दी शेरवानी दा पल्ला लगा तां ਉਹ उठ बैठे। खान साहब खजके पै सन। उन्हां खान साहब दा दिल धरांदियां आखिया, कोई नहीं, तुसीं डरो ना, चंगे हो जासो। खान साहब आखिया, डरा ना? मैं डरदा तो नहीं पिया, मौत तू की डरना, मौत पर हक है। 11 वजे गड्डी संग पोएम कोलम नां दे स्टेशन ते खलोती। खान साहब उत्थे उतरन दा फैसला कर लिया। उन्हां अपना समियान बन्ने कढ़िया ते नालदियां नूं लह पैण दा आखिया। खान साहब दा बिस्तरा प्लेटफार्म उत्ते लग गया। वो झटकू बैठे ते फिर काबे शरीफ वल मूँह फेर के नमाज पढ़ी उन्हें ते रब तो गुनाहां दी माफ़ी मंगी। इस मगरों राग दरबारी कानड़े विच रब दा नां ध्यानदे रहे। फिर किबले वाल मूँह करके लम्मे पै गए ते इत्थे ही पूरे हो गए। उन्होंने मद्रास लै आंदो ने सज्जन बेली ते चाहवान उत्थे ही दबना चाहुंदे सन, पर मिराज तो इन्नियां कु तारां खड़कियां कि मैयत कार उत्ते मिराज टोरनी पई। राह विच लोकी थां थां फुੱਲ वारन लई खले सन। अनगिनत वार कार खिलारनी पई। बेगम साहब उन्हां दी कबर लई कोई उज़र ना कीता ते खान साहब नूं उन्हां दी अपनी दसी हुई थां ते मीरा साहब रहमतुल्लाह अलैह दी दरगाह दे दखण बन्ने दब दित्तो ने। इंज ये हर मन प्यारे गवईए दुनिया तो ओले होए ते उन्हां दी अनमिट कला तवियां दे रूप विच निशानी रह गई। 1972 खान साहब दे जम्मण दा 100वां वरा सी। इसे साल सितंबर विच पूने उन्हां दी 100वीं वरेगंढ दा भारा जशन होया। इस वरे मीरा साहब रहमतुल्लाह अलैह दे उर्स दे मौके ते अनगिनत संगीतकारां खान साहब दे 100वें जमन दिहाड़ दी चौंकी दित्ती। इदों ही उन्हां दे शागिर्द पंडित बाल कृष्ण बुआ कपलेश्वरी दी खान साहब उत्ते लिखी किताब वरतीजी। ये 100 साला जशन हिंदुस्तान विच कई थाई होया ते खान साहब दी याद नूं चढ़ावे चढ़े।